ਸੋ ਢਿੱਲੋਂ ਜੀ ਗੱਲ ਕਰਾਂਗੇ ਕਿ ਹਿਮਾਚਲ ਵਿਧਾਨ ਸਭਾ ਤੇ ਜੋ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸੀ ਉਸ ਮਾਮਲੇ ਦੇ ਵਿੱਚ ਦੋ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਪਾਸੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਮੰਗਣਾ ਸੰਵਿਧਾਨਕ ਦਾਇਰੇ ਦੇ ਵਿੱਚ ਕੋਈ ਗੁਨਾਹ ਨਹੀਂ ਹੈ, ਉਹ ਕੋਈ ਅਪਰਾਧ ਨਹੀਂ ਹੈਗਾ, ਪਰ ਇਹ ਇਸ ਪਾਸੇ ਵੱਲ ਨੂੰ ਜਾਇਆ ਕਿਉਂ ਜਾ ਰਿਹਾ? ਉਹ ਕਹਿੰਦੇ ਵੀ ਇੱਕ ਫੜ ਲਿਆ ਤੇ ਦੂਜਾ ਪਰਮਜੀਤ ਹੈ, ਇਹ ਦੋ ਬੰਦੇ ਸੀ ਜਿਹੜੇ ਉੱਥੇ ਬੰਨ੍ਹ ਕੇ ਆਏ ਨੇ। ਜੇ ਸਾਰਾ ਕੁਝ ਗੁਰਪਤਵੰਤ ਸਿੰਘ ਪੰਨੂ ਕਰਦਾ ਹੈ ਤੇ ਫਿਰ ਜਿਹੜਾ ਅੰਤਰ ਰਾਸ਼ਟਰੀ ਪੱਧਰ ਦੇ ਉੱਤੇ ਕਾਨੂੰਨ ਬਣਿਆ ਹੋਇਆ ਹੈ ਉਹਦੇ ਤਹਿਤ ਲੈ ਕੇ ਆਓ ਉਹਨੂੰ, ਉੱਥੇ ਮੁਕੱਦਮਾ ਦਰਜ ਕਰੋ। ਜੇ ਉਹ ਦੋਸ਼ੀ ਹੈ ਇਹਨਾਂ ਮਾਮਲਿਆਂ ਦਾ ਤੁਸੀਂ ਸਾਬਤ ਕਰਿਓ ਅਦਾਲਤ ਦੇ ਵਿੱਚ ਵੀ ਉਹ ਦੋਸ਼ੀ ਹੈ। ਇਹਨਾਂ ਦਾ ਕੀ ਪੁਰਾਣਾ ਪਿਛੋਕੜ ਹੈ, ਕਿਹੜੀਆਂ ਗਤੀਵਿਧੀਆਂ ਦੇ ਵਿੱਚ ਸੀ, ਇਹਦੇ ਸੰਬੰਧ ਕਿਤੇ ਨਾਲ ਨੇ, ਇਹ ਸਾਰੇ ਤੱਥਾਂ ਦਾ ਖੁਲਾਸਾ ਕਰਨਾ ਚਾਹੀਦਾ। ਔਰ ਜੇ ਨੌਜਵਾਨ ਇਹਨਾਂ ਅਨਲਾਫੁਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਤਾਂ ਖੁਫੀਆ ਤੰਤਰ ਬੈਠ ਕੇ ਚੱਕ ਮਾਰਦਾ ਰਿਹਾ। ਮੋਹਾਲੀ ਹਮਲੇ ਨੇ ਪੁਲਿਸ ਤੰਤਰ ਧੂੜ ਤੱਕ ਹਿਲਾ ਕੇ ਰੱਖ ਦਿੱਤਾ, ਕਿਉਂਕਿ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਰੌਕਟ ਨਾਲ ਬੰਬ ਦਾਗਣ ਦਾ ਇਹ ਪਹਿਲਾ ਅਜਿਹਾ ਮਾਮਲਾ ਜਿਹੜਾ ਸਾਹਮਣੇ ਆਇਆ। ਅੱਜ ਤੱਕ ਇਹਨਾਂ ਨੇ ਸਮੇਂ ਤੋਂ ਪਹਿਲਾਂ ਕਿਸੇ ਚੀਜ਼ ਨੂੰ ਦਬੋਚਿਆ ਨਹੀਂ। ਸੱਪ ਨਿਕਲ ਜਾਂਦਾ, ਮੁੜ ਕੇ ਲਕੀਰਾਂ ਦੇ ਵੱਡੇ ਸੋਟੇ ਮਾਰੀ ਜਾਂਦੇ ਨੇ। ਬਹੁਤ ਸਾਰੇ ਉਹ ਅਧਿਕਾਰੀ ਬੈਠੇ ਨੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਨਵਾਂ ਤਾਰਾ ਲਾਉਣ ਦੀ ਥਾਂ ਹੀ ਨਹੀਂ। ਪ੍ਰਿੰਕਾ ਗਾਂਧੀ ਦਾ ਬਿਆਨ ਸਾਹਮਣੇ ਆਇਆ, ਜਿਨ੍ਹਾਂ ਦਾ ਕਹਿਣਾ ਹੈ ਕਿ ਲਖੀਮਪੁਰੀ ਕਾਂਡ ਦੇ ਵਿੱਚ ਭਾਜਪਾ ਨੇ ਆਪਣੇ ਆਗੂ ਦਾ ਸਾਥ ਦਿੱਤਾ ਹੈ। ਜਿਹੜੀ ਇਲਜ਼ਾਮ ਲਾਇਆ ਇਹ ਬਿਲਕੁਲ ਸਹੀ ਇਲਜ਼ਾਮ ਹੈ, ਕਿਉਂਕਿ ਜਿਹੜਾ ਅਜੇ ਮਿਸ਼ਰਾ ਟੋਨੀ ਹੈ ਉਹਦਾ ਅਜੇ ਤੱਕ ਕਿਸੇ ਨੇ ਕੋਈ ਬਾਲ ਬਿੰਗਾ ਨਹੀਂ ਕੀਤਾ। ਸ਼ਰਦ ਪਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਰੋਕਣ ਦੇ ਵਿੱਚ ਕੇਂਦਰ 100% ਨਾਕਾਮ ਰਹੇ। ਉਹ ਕਹਿੰਦੇ ਕਿ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਰੋਕਣ ਵਿੱਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਕਾਮ ਰਹੀ ਹੈ। ਇਹ ਜਿਹੜੇ ਰਾਜ ਕਰਦੀ ਆਮ ਪਾਰਟੀ ਹੈ ਇਹਨੂੰ ਥੋੜ੍ਹਾ ਬਹੁਤਾ ਠਰਮੇ ਨਾਲ ਲੈਣ ਦੀ ਜ਼ਰੂਰਤ ਹੈ। ਇਹਦੇ ਤੇ ਜੇ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਜਿਹੜੇ ਇਸ ਗੱਲ ਦੇ ਵਿੱਚ ਤੁਰੇ ਫਿਰਦੇ ਨੇ ਕਿ ਸਾਡਾ ਰਾਜ ਤਾਂ ਕਦੇ ਜਾਣਾ ਨਹੀਂ। ਆ ਪੰਜਾਬ ਵਾਲਿਆਂ ਨੂੰ ਪੁੱਛ ਲਓ ਜਿਹੜੇ 25 ਸਾਲ ਰਾਜ ਕਰਨ ਨੂੰ ਕਹਿੰਦੇ ਸੀ ਕਿ ਸੀਟਾਂ ਹੀ ਤਿੰਨ ਤੇ ਸਿਮਟ ਕੇ ਰਹਿ ਗਏ ਨੇ। ਹਾਲ ਹੀ ਦੇ ਵਿੱਚ ਅਕਾਲੀ ਦਲ ਸੰਯੁਕਤ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੰਗ ਪੱਤਰ ਸੌਂਪਿਆ। ਦੋ ਗੱਲਾਂ ਨੇ ਇਹਦੇ ਵਿੱਚ। ਇੱਕ ਤਾਂ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਅੰਮ੍ਰਿਤਸਰ ਦੇ ਵਿੱਚ ਕੁਝ ਪੰਥਕ ਧਿਰਾਂ ਸੱਦੀਆਂ ਗਈਆਂ ਨੇ। ਕੁਝ ਧਿਰਾਂ ਦਾ ਇਹ ਕਹਿਣਾ ਹੈ ਕਿ ਗਿਆਨੀ ਜੀ ਨੂੰ ਉਹਨਾਂ ਦਾ ਹੇਜ ਬਹੁਤ ਜਾਗਿਆ ਹੈ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਈ ਬੈਠੇ ਨੇ। ਉਹਨਾਂ ਦੀ ਸਿਆਸੀ ਜ਼ਮੀਨ ਤਲਾਸ਼ਣ ਵਾਸਤੇ ਜਥੇਦਾਰ ਸਾਹਿਬ ਅੱਡੀਆਂ ਚੱਕੀ ਫਿਰਦੇ ਨੇ, ਇਹ ਉਹਨਾਂ ਦੇ ਦੋਸ਼ ਨੇ। ਕੁਝ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉੱਥੇ ਬੈਠੇ ਨੇ ਉਹਨਾਂ ਦੀ ਜ਼ਮੀਨ ਖੁੱਸੀ ਹੋਈ ਆ ਸਿਆਸਤ ਤੌਰ ਤੇ ਜਦੋਂ ਉਹ ਭਾਈਵਾਲ ਸੀ ਕੇਂਦਰ ਸਰਕਾਰ ਦੇ ਵਿੱਚ 2019 ਚ ਕਿਹਾ ਸੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ ਅਸੀਂ ਕੁਝ ਬੰਦਿਆਂ ਨੂੰ ਤੁਹਾਡਿਆਂ ਨੂੰ ਬੰਦੀ ਸਿੰਘਾਂ ਨੂੰ ਛੱਡ ਦੇਣਾ ਤੇ ਸਤੰਬਰ 20 ਤੱਕ ਫਿਰ ਨਾਲ ਬੈਠ ਕੇ ਕਰਦੇ ਕੀ ਸੀ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਹਿਮਾਚਲ ਵਿਧਾਨ ਸਭਾ ਤੇ ਖਾਲਿਸਤਾਨ ਦਾ ਜੋ ਝੰਡਾ ਜੋ ਪੋਸਟਰ ਉੱਥੇ ਲਗਾਏ ਗਏ ਸੀ ਉਸ ਮਾਮਲੇ ਦੇ ਵਿੱਚ ਦੋ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਮੋਹਾਲੀ ਬਲਾਸਟ ਨੂੰ ਲੈ ਕੇ ਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਵਿੱਚ ਲਏ ਨਿਸ਼ਾਨ ਸਿੰਘ ਬਾਰੇ ਹੈਰਾਨੀਜਨਕ ਖੁਲਾਸੇ ਹੋਏ ਨੇ। ਆਖਰ ਕਿਹੜੇ ਖੁਲਾਸੇ ਹੋਏ ਨੇ ਉਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਰੋਕਣ ਦੇ ਵਿੱਚ ਕੇਂਦਰ 100% ਨਾਕਾਮ ਰਹੀ ਹੈ। ਇਹ ਬਿਆਨ ਦਿੱਤਾ ਸ਼ਰਦ ਪਵਾਰ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡਾ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀਓ ਜੀ। ਸੋ ਢਿੱਲੋਂ ਜੀ, ਗੱਲ ਕਰਾਂਗੇ ਕਿ ਹਿਮਾਚਲ ਵਿਧਾਨ ਸਭਾ ਤੇ ਜੋ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸੀ ਉਸ ਮਾਮਲੇ ਦੇ ਵਿੱਚ ਦੋ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ, ਜਿਹੜਾ ਮਰਿੰਡੇ ਨਾਲ ਸੰਬੰਧਿਤ ਤੇ ਹਰਬੀਰ ਸਿੰਘ ਹੈ, ਕਹਿੰਦੇ ਕਿ ਇਹਦਾ ਪਹਿਲਾਂ ਤੋਂ ਵੀ ਅਪਰਾਧਿਕ ਮਾਮਲਾ ਹੈਗਾ। ਇਹਦੇ ਨਾਲ ਇੱਕ ਹੋਰ ਵਿਅਕਤੀ ਸੀ ਪਰਮਜੀਤ ਸਿੰਘ, ਉਹ ਰੁੜਕੀ ਹੀਰਾ ਵਿੱਚ ਇੱਕ ਪਿੰਡ ਹੈ ਉੱਥੋਂ ਦਾ। ਇਹ ਉੱਥੇ ਜਾ ਕੇ ਖਾਲਿਸਤਾਨ ਦੇ ਝੰਡੇ ਬੰਨੇ ਆਏ। ਇੱਕ ਪਾਸੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਮੰਗਣਾ ਸੰਵਿਧਾਨਕ ਦਾਇਰੇ ਦੇ ਵਿੱਚ ਕੋਈ ਗੁਨਾਹ ਨਹੀਂ ਹੈਗਾ, ਉਹ ਕੋਈ ਅਪਰਾਧ ਨਹੀਂ ਹੈਗਾ,
ਪਰ ਇਹ ਇਸ ਪਾਸੇ ਵੱਲ ਨੂੰ ਜਾਇਆ ਕਿਉਂ ਜਾ ਰਿਹਾ ਹੈ? ਜੇ ਕਹਿੰਦੇ ਆ ਕਿ ਇਹਨਾਂ ਲੋਕਾਂ ਦਾ ਅਪਰਾਧਿਕ ਮਾਮਲੇ ਹੈਗੇ ਨੇ ਤਾਂ ਖੁਫੀਆ ਤੰਤਰ ਕਿੱਥੇ ਸੁੱਤਾ ਪਿਆ ਸੀ, ਜਿਨ੍ਹਾਂ ਨੇ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਕਿਉਂ ਨਾ ਰੱਖੀ? ਉਹ ਕਹਿੰਦੇ ਵੀ ਇੱਕ ਫੜ ਲਿਆ ਤੇ ਦੂਜਾ ਪਰਮਜੀਤ ਹੈ, ਇਹ ਦੋ ਬੰਦੇ ਸੀ ਜਿਹੜੇ ਉੱਥੇ ਬੰਨ੍ਹ ਕੇ ਆਏ ਨੇ। ਇਹ ਉੱਥੇ ਗਏ ਕਾਹਦੇ ਵਾਸਤੇ ਸੀ? ਇਹਨਾਂ ਦੇ ਨਾਲ ਹੋਰ ਕੌਣ ਹੈ? ਇਹਨਾਂ ਨੂੰ ਇਹਨਾਂ ਦੇ ਪਿੱਛੇ ਕੌਣ ਬੰਦਾ ਕੰਮ ਕਰ ਰਿਹਾ ਹੈ? ਤੇ ਮੋੜ ਘਿੜ ਕੇ ਜਾ ਕੇ ਜਿਵੇਂ ਖਾੜਕੂਬਾਦ ਦੇ ਵੇਲੇ ਹੁੰਦਾ ਸੀ, ਇੱਕੋ ਬੰਦੇ ਨੂੰ ਬਾਰ-ਬਾਰ ਕਹੀ ਜਾਂਦੇ ਫਲਾਨਾ ਫਲਾਨਾ ਫਲਾਨਾ। ਜੇ ਸਾਰਾ ਕੁਝ ਗੁਰਪਤਵੰਤ ਸਿੰਘ ਪੰਨੂ ਕਰਦਾ ਹੈ ਤੇ ਫਿਰ ਜਿਹੜਾ ਅੰਤਰ ਰਾਸ਼ਟਰੀ ਪੱਧਰ ਦੇ ਉੱਤੇ ਕਾਨੂੰਨ ਬਣਿਆ ਹੋਇਆ ਹੈ ਜੀ, ਉਹਦੇ ਤਹਿਤ ਲੈ ਕੇ ਆਓ ਉਹਨੂੰ, ਉੱਥੇ ਮੁਕੱਦਮਾ ਦਰਜ ਕਰੋ। ਜੇ ਉਹ ਦੋਸ਼ੀ ਹੈ ਇਹਨਾਂ ਮਾਮਲਿਆਂ ਦਾ, ਤੁਸੀਂ ਸਾਬਤ ਕਰਿਓ ਅਦਾਲਤ ਦੇ ਵਿੱਚ ਵੀ ਉਹ ਦੋਸ਼ੀ ਹੈ, ਕਿਉਂਕਿ ਕਿਸੇ ਤੇ ਮਰਚਾ ਦਰਜ ਕਰ ਦੇਣਾ ਉਸ ਬੰਦੇ ਦਾ ਜੁਰਮ ਸਾਬਤ ਨਹੀਂ ਕਰਦਾ। ਉਸ ਬੰਦੇ ਦਾ ਜੁਰਮ ਸਾਬਤ ਕਰਦਾ ਹੈ ਜਦੋਂ ਤੁਸੀਂ ਉਹਦੇ ਤੇ ਉਹ ਕੇਸ ਨੂੰ ਬਕਾਇਦਾ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਜਾ ਕੇ ਉਹਨੂੰ ਪ੍ਰੂਵ ਕਰਦੇ ਹੋ, ਉਹਨੂੰ ਸਾਬਤ ਕਰਦੇ ਹੋ। ਉਦੋਂ ਪਹਿਲਾਂ ਕੁਝ ਨਹੀਂ ਹੈ। ਲੇਕਿਨ ਹੁਣ ਜਿਹੜਾ ਇਹ ਦੱਸ ਦਿੱਤਾ ਹੈ ਕਿ ਆ ਦੋ ਨੌਜਵਾਨ ਹੈਗੇ ਨੇ, ਇਹਨਾਂ ਦਾ ਕੀ ਪੁਰਾਣਾ ਪਿਛੋਕੜ ਹੈ, ਕਿਹੜੀਆਂ ਗਤੀਵਿਧੀਆਂ ਦੇ ਵਿੱਚ ਸੀ, ਇਹਦੇ ਸੰਬੰਧ ਕਿਤੇ ਨਾਲ ਨੇ, ਇਹ ਸਾਰੇ ਤੱਥਾਂ ਦਾ ਖੁਲਾਸਾ ਕਰਨਾ ਚਾਹੀਦਾ। ਔਰ ਜੇ ਨੌਜਵਾਨ ਇਹਨਾਂ ਅਨਲਾਫੁਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਤਾਂ ਖੁਫੀਆ ਤੰਤਰ ਬੈਠ ਕੇ ਚੱਕ ਮਾਰਦਾ ਰਿਹਾ। ਉਹ ਕਾਹਦੇ ਵਾਸਤੇ ਚੁੱਪ ਕਰਿਆ ਬੈਠਾ? ਉਹਨਾਂ ਨੂੰ ਜੇ ਇਹਨਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਨਹੀਂ ਹੈਗੀ। ਇਸ ਲਈ ਜਿਹੜੇ ਬੰਦੇ ਸ਼ੱਕੀ ਨੇ ਜਾਂ ਕਿਸੇ ਕਿਸਮ ਦੇ, ਉਹਨਾਂ ਦੀ ਬਕਾਇਦਾ ਪਹਿਚਾਣ ਹੋਣੀ ਚਾਹੀਦੀ ਹੈ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਜੈਰਾਮ ਠਾਕਰ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਨਹੀਂ ਕਰਨ ਦੇਵਾਂਗੇ। ਇਹ ਜਦੋਂ ਤੋਂ ਹਿਮਾਚਲ ਦੇ ਵਿੱਚ ਚੋਣਾਂ ਦਾ ਬਿਗਲ ਵੱਜਣਾ ਹੈ ਤੇ ਪੰਜਾਬ, ਇਹ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਵੀ ਉੱਥੇ ਜਾ ਕੇ ਹੱਕ ਹੈ ਉਹਦਾ, ਭਾਵੇਂ ਭਗਵੰਤ ਮਾਨ ਜਾਵੇ, ਅਰਵਿੰਦ ਕੇਜਰੀਵਾਲ ਜਾਵੇ ਜਾਂ ਕੋਈ ਹੋਰ ਜਾਵੇ। ਇਹ ਇਕੱਲਾ ਪੁਰਾਣੀਆਂ ਪਾਰਟੀਆਂ ਨੂੰ ਸੁੱਕ ਕੇ ਦਿੱਤਾ ਕਿ ਉਹ ਉੱਥੇ ਚੋਣ ਨਹੀਂ ਲੜ ਸਕਦੇ। ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੀ ਵਿਅਕਤੀ ਲੋਕਤੰਤਰ ਦੇ ਵਿੱਚ ਜਾ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਚੋਣ ਲੜ ਸਕਦਾ ਹੈ। ਕਿਤੇ ਜਾਣਬੁੱਝ ਕੇ ਤਾਂ ਨਹੀਂ, ਇੱਕ ਫਿਰਕੇ ਨੂੰ ਟਾਰਗੇਟ ਕਰਕੇ ਵੱਧ ਫਿਰਕਿਆਂ ਦੀਆਂ ਵੋਟਾਂ ਵਸੂਲਣਾ ਚਾਹੁੰਦੇ ਹੋਣ। ਇਹ ਸਾਡਾ ਪੁਰਾਣਾ ਹਿੱਸਾ ਹੈ, ਪੁਰਾਣੇ ਪੰਜਾਬ ਦਾ ਹਿੱਸਾ ਹੈ ਹਿਮਾਚਲ ਪ੍ਰਦੇਸ਼, ਤੇ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਪੁਰਾਣਾ ਹਿੱਸਾ ਹੈਗਾ ਇਹ ਜਿਉਂਦੀ ਤਿਉਂ ਰਹਿਣਾ ਚਾਹੀਦਾ ਹੈ। ਔਰ ਜਿਹੜਾ ਵੀ ਕੋਈ ਗਲਤ ਐਕਟੀਵਿਟੀ ਕਰਦਾ, ਕਿਤੇ ਵੀ ਕਰਦਾ ਹੈ ਜੀ, ਉਹਦਾ ਫਿਰ ਖੁੱਲ੍ਹੇ ਆਮ ਤੁਰੇ ਫਿਰਨ ਦਾ ਕੋਈ ਉਹ ਨਹੀਂ, ਪਰ ਉਹ ਬੰਦਾ ਅਸਲ ਇਨਵੋਲਵ ਹੋਵੇ। ਇਹ ਨਾ ਹੋਵੇ ਕਿ ਚੱਕ ਕੇ ਤੁਸੀਂ ਹੋਰਾਂ ਨੂੰ ਹੀ ਪਲਾਂਟ ਕਰਕੇ ਤੇ ਨੰਬਰ ਬਣਾਉਣ ਵਾਸਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੀ ਜਾਓ। ਹਾਲ ਤਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਪੁਰਾਣੇ ਮਾਮਲੇ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਸੀ ਨਸ਼ੀਲੇ ਪਦਾਰਥਾਂ ਦੇ ਉੱਤੇ, ਉਹਦੀ ਅਸੀਂ ਜਾਂਚ ਕਰਾਵਾਂਗੇ। ਬੱਚਿਆਂ ਨੂੰ ਮਾਨ ਸਾਹਿਬ ਆਪਦੇ ਉਸ ਤਰ੍ਹਾਂ ਦੇ ਅਧਿਕਾਰੀ ਲਾਓ ਜਿਹੜੇ ਬੱਚੇ ਇਸ ਮਾਮਲੇ ਵੱਲ ਜਾ ਰਹੇ ਨੇ, ਉਹਨਾਂ ਨੂੰ ਜੇਲ੍ਹ 'ਚ ਡੱਕ ਦੇਣਾ ਕੋਈ ਇਹ ਨਿਆਂ ਵਾਲੀ ਗੱਲ ਨਹੀਂ ਹੈਗੀ। ਆਪਦੇ ਜਿਹੜੇ ਸੁਧਾਰ ਵਾਲੇ ਮਾਹਰ ਅਧਿਕਾਰੀ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਬਿਠਾਓ, ਉਹਨਾਂ ਨੂੰ ਪੁੱਛੋ ਕਿ ਤੁਸੀਂ ਉਧਰਲੇ ਪਾਸੇ ਜਾ ਕਿਉਂ ਰਹੇ ਹੋ। ਤੁਸੀਂ ਅੱਜ ਆਪ ਕਹਿ ਕੇ ਹਟੇ ਹੋ ਕਿ 20 ਲੱਖ ਬੇਰੁਜ਼ਗਾਰੀ ਹੈ ਤੇ ਸਾਰਿਆਂ ਨੂੰ ਆਪਾਂ ਰੁਜ਼ਗਾਰ ਦੇ ਨਹੀਂ ਸਕਦੇ। ਜਦੋਂ ਤੱਕ ਨੌਜਵਾਨਾਂ ਨੂੰ ਆਰੇ ਨਹੀਂ ਲਾਵਾਂਗੇ ਉਦੋਂ ਤੱਕ ਇਸ ਤਰ੍ਹਾਂ ਦੇ ਜਿਹੜੀਆਂ ਇਹ ਸ਼ਕਤੀਆਂ ਨੇ ਉਹ ਇਹਨਾਂ ਨੌਜਵਾਨਾਂ ਦਾ ਜਿਹੜਾ ਇਸਤੇਮਾਲ ਕਰਦੇ ਰਹਿਣਗੇ। ਜੀ ਢਿੱਲੋਂ ਜੀ, ਸੁਪਰੀਮ ਕੋਰਟ ਨੇ ਨਾਗਰਿਕ ਹਿੱਤਾਂ ਦੇ ਬਾਰੇ ਕੇਂਦਰ ਤੋਂ ਜਵਾਬ ਮੰਗਿਆ ਕਿਉਂਕਿ ਬਕਾਇਆ ਕੇਸਾਂ ਤੇ ਭਵਿੱਖ ਦੇ ਵਿੱਚ ਦਰਜ ਹੋਣ ਵਾਲੇ ਕੇਸਾਂ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਮੰਗਿਆ। ਦੇਖੋ, ਇਹ ਇਸ ਵੇਲੇ ਮਾਨਯੋਗ ਜਿਹੜੀ ਸਰਵਉੱਚ ਅਦਾਲਤ ਆ ਉਹ ਹਰ ਰੋਜ਼ ਕਿਸੇ ਨਾ ਕਿਸੇ ਸਟੈਂਡ ਦੇ ਉੱਤੇ ਕੰਮ ਕਰ ਰਹੀ ਹੈ। ਉਹ ਲਗਾਤਾਰ ਉਸ ਪਾਸੇ ਵੱਲ ਧਿਆਨ ਦੇ ਰਹੇ ਨੇ ਤੇ ਨਾਗਰਿਕ ਹਿੱਤਾਂ ਬਾਰੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ।
ਕਈ ਥਾਵਾਂ ਦੇ ਉੱਤੇ ਨਾਗਰਿਕ ਹਿੱਤ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਸਿਆਸੀ ਧਿਰਾਂ ਆਪਣੇ ਆਪ ਨੂੰ ਚਮਕਾਉਣ ਖਾਤਰ ਇਹਨਾਂ ਵੱਲ ਧਿਆਨ ਨਹੀਂ ਦਿੰਦੇ। ਜਿਹੜੀਆਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅਰਜ਼ੀਆਂ ਬਕਾਇਆ ਪਈਆਂ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਨੇ, ਜਿਹਦੇ ਕਰਕੇ ਉਹਨਾਂ ਨੇ ਆਖਿਆ ਹੈਗਾ ਕਿ ਇਹਦੇ ਵਿੱਚ ਆਪਣਾ ਸਟੈਂਡ ਕਲੀਅਰ ਕਰੋ ਤੇ ਵਿਸਥਾਰਕ ਰਿਪੋਰਟ ਸੁਪਰੀਮ ਕੋਰਟ ਦੇ ਕੋਲ ਆਪਣਾ ਜਵਾਬ ਦਾਵਾ ਦਾਇਰ ਕਰੋ। ਅਗਲੀ ਪੇਸ਼ੀ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਦਾਵਾ ਦਾਇਰ ਕਰਨਾ ਪਵੇ। ਜੀ, ਮੋਹਾਲੀ ਹਮਲੇ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਹਮਲੇ ਨੇ ਪੁਲਿਸ ਤੰਤਰ ਧੂਰ ਤੱਕ ਹਿਲਾ ਕੇ ਰੱਖ ਦਿੱਤਾ, ਕਿਉਂਕਿ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਰੌਕਟ ਨਾਲ ਬੰਬ ਦਾਗਣ ਦਾ ਇਹ ਪਹਿਲਾ ਅਜਿਹਾ ਮਾਮਲਾ ਜਿਹੜਾ ਸਾਹਮਣੇ ਆਇਆ। ਦੇਖੋ, ਜਿਹੜੀਆਂ ਸਾਡੀਆਂ ਇਹ ਸੁਰੱਖਿਆ ਏਜੰਸੀਆਂ ਨੇ ਖੁਫੀਆ ਤੰਤਰ ਹੈ, ਅੱਜ ਤੱਕ ਇਹਨਾਂ ਨੇ ਸਮੇਂ ਤੋਂ ਪਹਿਲਾਂ ਕਿਸੇ ਚੀਜ਼ ਨੂੰ ਦਬੋਚਿਆ ਨਹੀਂ। ਸੱਪ ਨਿਕਲ ਜਾਂਦਾ, ਮੁੜ ਕੇ ਲਕੀਰਾਂ ਦੇ ਵੱਡੇ ਵੱਡੇ ਸੋਟੇ ਮਾਰੀ ਜਾਂਦੇ ਨੇ। ਬਹੁਤ ਸਾਰੇ ਉਹ ਅਧਿਕਾਰੀ ਬੈਠੇ ਨੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਨਵਾਂ ਤਾਰਾ ਲਾਉਣ ਦੀ ਥਾਂ ਹੀ ਨਹੀਂ। ਜਦੋਂ ਤੁਸੀਂ ਕਾਰਗੁਜ਼ਾਰੀ ਦੇ ਆਧਾਰ ਤੇ ਕਿਸੇ ਵਿਅਕਤੀਆਂ ਨੂੰ ਸ਼ਾਮਲ ਨਹੀਂ ਕਰੋਗੇ, ਉਹਨਾਂ ਨੂੰ ਜ਼ਿੰਮੇਵਾਰੀਆਂ ਨਹੀਂ ਦਿਓਗੇ, ਉਸ ਵੇਲੇ ਫਿਰ ਇਸ ਤਰ੍ਹਾਂ ਦਾ ਵਾਪਰਦਾ ਹੈ। ਯਕਦਮ ਇੱਕੇਦਮ ਕਰ ਦੇਣਾ ਕਿ ਇਹਨਾਂ ਨੂੰ ਬਦਲ ਦਿਓ, ਬਿਹਤਰ ਇਹ ਹੈ ਉਹਦੀ ਜਾਂਚ ਕਰੋ। ਜਿਹੜੇ ਵਿਅਕਤੀ ਪਟਿਆਲੇ ਦੇ ਵਿੱਚ ਘਟਨਾ ਵਾਪਰੀ, ਇੱਕੇਦਮ ਸਾਰੇ ਅਧਿਕਾਰੀ ਬਦਲ ਦਿੱਤੇ ਗਏ ਮੇਨ ਤੇ ਜਾਂਚ ਵਾਸਤੇ ਕਿਹਨੂੰ ਲਾਇਆ ਹੈ? ਡਾਕਟਰ ਮਹਿਤਾਬ ਸਿੰਘ ਨੂੰ। ਡਾਕਟਰ ਮਹਿਤਾਬ ਸਿੰਘ ਕੌਣ ਹੈ? ਇਹ ਪੁਲਿਸ ਕਪਤਾਨ ਜਾਂਚ ਆ ਪਟਿਆਲੇ ਦਾ, ਤੇ ਜਿਹਦੀ ਡਿਊਟੀ ਸੀ ਖੰਡਾ ਚੌਂਕ ਦੇ ਕੋਲ। ਤੇ ਜਿੱਥੋਂ ਇਹ ਸਿੱਖ ਨੌਜਵਾਨ ਬੇਕਾਬੂ ਹੋ ਕੇ ਅੱਗੇ ਆ ਗਏ ਤੇ ਜਾਂਚ ਉਹਨਾਂ ਤੋਂ ਕਰਾ ਰਹੇ ਨੇ। ਕਿਆ ਕਮਾਲ ਦੀਆਂ ਇਹਨਾਂ ਦੀਆਂ ਗੱਲਾਂ ਨੇ। ਜਿਨ੍ਹਾਂ ਨੂੰ ਬਦਲਤਾ, ਮੈਂ ਉਹਦੇ ਹੱਕ 'ਚ ਨਹੀਂ। ਚਾਹੀਦਾ ਇਹ ਸੀ ਉਹਨਾਂ ਦੀ ਬਕਾਇਦਾ 2 ਜਾਂ 3 ਦਿਨ ਦੇ ਵਿੱਚ ਮੁਕੰਮਲ ਜਾਂਚ ਹੁੰਦੀ। ਉਦੋਂ ਬਾਅਦ ਜਿਹੜੇ ਵੀ ਦੋਸ਼ੀ ਪਾਏ ਜਾਂਦੇ, ਭਾਵੇਂ ਉਹ ASI ਸੀ, ਸਿਪਾਹੀ ਸੀ, ਹੌਲਦਾਰ ਸੀ, ਇੰਸਪੈਕਟਰ ਸੀ, ਡਿਪਟੀ ਸੀ, SP ਸੀ, SSP ਸੀ, IG ਸੀ, DIG, ADG, ਜੋ ਵੀ ਸੀਗਾ, ਇੱਥੇ ਵੱਧ ਤੋਂ ਵੱਧ ਰੈਂਕ ਦਾ ਬੰਦਾ IG ਸੀ। ਤੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ, ਵਿਭਾਗੀ ਜਾਂਚ ਕੀਤੀ ਜਾਂਦੀ। ਪਰ ਇੱਥੇ ਨਾਲ ਦੀ ਨਾਲ ਇਹ ਕੀਤਾ ਗਿਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਭੁੱਲ ਜਾਵੇ। ਇਹਦੀ ਥਾਂ ਦੇ ਉੱਤੇ ਜਿਨ੍ਹਾਂ ਨੇ ਉਦੋਂ ਕੰਮ ਕੀਤਾ, ਬਹੁਤ ਸਾਰੇ ਪੁਲਿਸ ਦੇ ਅਧਿਕਾਰੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਡਿਊਟੀ ਨਿਭਾਈ ਹੈ, ਇਹ ਉਹ ਵੀ ਉਸੇ ਰਸਤੇ 'ਚ ਪਾ ਦਿੱਤੇ ਗਏ ਨੇ। ਤੇ ਜਿਹੜੇ ਬੰਦੇ ਨੂੰ ਤੁਸੀਂ ਹੁਣ ਜਾਂਚ ਵਾਸਤੇ ਲਾਇਆ ਹੈਗਾ, ਉਹਦੇ ਵਾਲੇ ਪਾਸਿਓਂ ਤਾਂ ਇਹ ਭੱਜ ਕੇ ਆਏ ਸੀ, ਤੇ ਉਹਦੀ ਜਾਂਚ ਕੌਣ ਕਰੂਗਾ? ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਕਿ ਇਹਦੇ ਵਿੱਚ ਕਾਹਲ ਕੀਤੀ ਗਈ ਹੈ। ਚੰਗਾ ਹੁੰਦਾ ਕਿ ਇਹਦੇ 'ਚ ਜਿਹੜੀ ਅਸਲੀਅਤ ਨੇ ਉਹ ਵੀ ਸਾਹਮਣੇ ਲੈ ਕੇ ਆਂਦੀ ਜਾਵੇ। ਜੇ ਉਹਨਾਂ 'ਚੋਂ ਕਿਸੇ ਦਾ ਵੀ ਕਸੂਰ ਨਹੀਂ ਤੇ ਵੱਡੇ ਦਿਲ ਨਾਲ ਫਿਰ ਕਿਹਾ ਜਾਵੇ ਕਿ ਇਸ ਅਧਿਕਾਰੀ ਦਾ ਕਸੂਰ ਨਹੀਂ ਹੈਗਾ। ਜੀ, ਪ੍ਰਿੰਕਾ ਗਾਂਧੀ ਦਾ ਬਿਆਨ ਸਾਹਮਣੇ ਆਇਆ, ਜਿਨ੍ਹਾਂ ਦਾ ਕਹਿਣਾ ਹੈ ਕਿ ਲਖੀਮਪੁਰੀ ਕਾਂਡ ਦੇ ਵਿੱਚ ਭਾਜਪਾ ਨੇ ਆਪਣੇ ਆਗੂ ਦਾ ਸਾਥ ਦਿੱਤਾ ਹੈ। ਇਹ ਉਹਨਾਂ ਨੇ ਬਿਲਕੁਲ ਜਿਹੜੀ ਇਲਜ਼ਾਮ ਲਾਇਆ, ਇਹ ਬਿਲਕੁਲ ਸਹੀ ਇਲਜ਼ਾਮ ਹੈ, ਕਿਉਂਕਿ ਜਿਹੜਾ ਅਜੇ ਮਿਸ਼ਰਾ ਟੋਨੀ ਹੈ, ਉਹਦਾ ਅਜੇ ਤੱਕ ਤਾਂ ਕਿਸੇ ਨੇ ਕੋਈ ਬਾਲ ਬਿੰਗਾ ਨਹੀਂ ਕੀਤਾ। ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਰਹੀਆਂ ਨੇ ਕਿ ਇਹਦੇ ਤੋਂ ਜਿਹੜਾ ਹੈਗਾ ਇਹਨੂੰ ਤੁਰੰਤ ਪ੍ਰਭਾਵ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹਟਾਇਆ ਜਾਵੇ। ਉਹ ਨਹੀਂ ਹੋਇਆ। ਤੇ ਫਿਰ ਪ੍ਰਿੰਕਾ ਗਾਂਧੀ ਨੂੰ ਵੀ ਉਦੋਂ ਕਹਿਣ ਦਾ ਮੌਕਾ ਮਿਲਿਆ ਨਾ, ਜਦੋਂ ਪ੍ਰਿੰਕਾ ਗਾਂਧੀ ਤੇ ਤੁਸੀਂ ਮਤਲਬ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਬੰਦਿਆਂ ਦੇ ਉੱਤੇ, ਅਜੇ ਮਿਸ਼ਰਾ ਟੋਨੀ ਦੇ ਉੱਤੇ। ਕੱਲ 4 ਬੰਦਿਆਂ ਦੀ ਜ਼ਮਾਨਤ ਰੱਦ ਹੋ ਗਈ। ਇਸ ਤੋਂ ਪਹਿਲਾਂ ਜਿਹੜਾ ਅਜੇ ਮਿਸ਼ਰਾ ਟੋਨੀ ਆ, ਉਹਦੇ ਸਪੂਤ ਆਸ਼ੀਸ਼ ਮਿਸ਼ਰਾ ਦੀ ਵੀ ਜਿਹੜੀ ਜ਼ਮਾਨਤ ਹੈ ਉਹ ਸੁਪਰੀਮ ਕੋਰਟ ਵੱਲੋਂ, ਹਾਈ ਕੋਰਟ ਨੇ ਦਿੱਤੀ ਸੀ ਪ੍ਰਗਿਆ ਰਾਜ ਨੇ, ਪਰ ਸੁਪਰੀਮ ਕੋਰਟ ਨੇ ਉਹਨੂੰ ਅਸਲ ਰਸਤਾ ਦਿਖਾ ਦਿੱਤਾ। ਜੀ, ਪੰਜੋਲੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਨੌਜਵਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕਰਨੈਲ ਸਿੰਘ ਪੰਜੋਲੀ, ਉਹਨਾਂ ਦਾ ਕਹਿਣਾ ਹੈ ਕਿ
ਸਿੱਖ ਨੌਜਵਾਨਾਂ ਨੂੰ ਲਗਾਤਾਰ ਜਿਹੜਾ ਹੈਗਾ ਪੁਲਿਸ ਉਹ ਪੁਰਾਣੇ ਜਿਵੇਂ ਖੜਕੂਬਾਦ ਦੇ ਵੇਲੇ ਵਾਪਰਿਆ ਸੀ ਉਸੇ ਤਰ੍ਹਾਂ ਉਹਨਾਂ ਨੂੰ ਹਿਰਾਸਤਾਂ 'ਚ ਲੈ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਮੁਖੀ ਬੀਕੇ ਭਾਵੜਾ ਸਾਹਿਬ ਨੂੰ ਹੇਠਲੇ ਪੱਧਰ ਤੇ ਆਪਣੇ ਅਧਿਕਾਰੀਆਂ ਨੂੰ ਇਹ ਆਦੇਸ਼ ਜਾਰੀ ਕਰਨੇ ਚਾਹੀਦੇ ਨੇ ਕਿ ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਕਿਸੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ। ਜੇ ਨੌਜਵਾਨ ਉਸ ਪਾਸੇ ਵੱਲ ਜਾ ਰਹੇ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਉਹਨਾਂ ਦੀ ਬਕਾਇਦਾ ਕਲਾਸ ਲੱਗੇ, ਉਹਨਾਂ ਨੂੰ ਪੁੱਛਿਆ ਜਾਵੇ, ਉਹਨਾਂ ਨੂੰ ਨਵੇਂ ਨੁਕਸਾਨ ਬਾਰੇ ਦੱਸਿਆ ਜਾਵੇ। ਇਹ ਜਿਹੜੇ ਨੌਜਵਾਨ ਤਾਂ ਹੁੰਦੀਆਂ ਚੰਚਲ ਮਨ ਹੁੰਦੇ ਨੇ ਤੇ ਚੰਚਲ ਮਨ ਕਦੋਂ ਵੀ ਕਿਸੇ ਪਾਸੇ ਵੱਲ ਨੂੰ ਆਕਰਸ਼ਿਤ ਹੋ ਸਕਦਾ ਹੈ, ਜਿਨ੍ਹਾਂ ਨੂੰ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਔਰ ਜਿਹੜਾ ਕੁਝ ਪੰਜੋਲੀ ਹੋਰੀ ਕਹਿ ਰਹੇ ਨੇ ਇਹਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਜਿਹੜੀ ਪੁਲਿਸ ਟੀਮ ਇਸ ਵੇਲੇ ਫਿਰ ਉਹੀ ਖੜਕੂਬਾਦ ਵਾਲੇ ਲੀਹਾਂ ਤੇ ਚੱਲ ਕੇ ਜੋ ਦੋਸ਼ ਲੱਗ ਰਹੇ ਨੇ ਨਾ, ਮੈਂ ਨਹੀਂ ਕਹਿੰਦਾ ਜਿਹੜੇ ਆ ਪੰਜੋਲੀ ਸਾਹਿਬ ਜਾਂ ਹੋਰ ਦੋਸ਼ ਲਾ ਰਹੇ ਨੇ, ਕਈ ਹੋਰ ਦਲ ਵੀ ਦੋਸ਼ ਲਾ ਰਹੇ ਨੇ, ਉਹਨਾਂ ਦੇ ਉੱਤੇ ਉਹਨਾਂ ਨੂੰ ਬਹੁਤ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਇਸ ਵੇਲੇ ਪੰਜਾਬ ਦੇ ਅਮਨ ਕਾਨੂੰਨ ਦੀ ਰਾਖੀ ਲਈ ਸਾਰਿਆਂ ਨੂੰ ਆਪੋ ਆਪਣਿਆਂ ਜਿਹੜਾ ਕੰਮ ਅਦਾ ਕਰਨਾ ਚਾਹੀਦਾ ਹੈ। ਪਰ ਜਦੋਂ ਕਿਸੇ ਨਾਲ ਧੱਕੇਸ਼ਾਹੀਆਂ ਹੋਣਗੀਆਂ, ਨਜਾਇਜ਼ਤਾ ਹੋਵੇਗੀ, ਤੇ ਫਿਰ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਪਣਪਦੀਆਂ ਨੇ। ਜੀ ਗੱਲ ਕੀਤੀ ਜਾਵੇ ਜੇਪੀ ਨੱਡਾ ਦੀ ਤਾਂ ਉਹਨਾਂ ਨੇ ਗਹਿਲੋਤ ਦੀ ਤੁਲਨਾ ਨੀਰੂ ਦੇ ਨਾਲ ਕੀਤੀ ਹੈ। ਗਹਿਲੋਤ ਸਾਹਿਬ ਦਾ ਪਿਛਲੇ ਦਿਨਾਂ ਦੇ ਵਿੱਚ ਜਨਮ ਦਿਨ ਸੀ ਤੇ ਉੱਥੇ ਦੋ ਫਿਰਕਿਆਂ ਦੇ ਵਿੱਚ ਬਹੁਤ ਵੱਡੀ ਲੜਾਈ ਹੋਈ। ਜਿਹੜੀ ਅੱਗ ਦਿੱਲੀ 'ਚ ਸੀ ਇਹ ਤੁਰਦੀ ਤੁਰਦੀ ਰਾਜਸਥਾਨ ਦੇ ਵਿੱਚ ਵੀ ਜਾ ਪਹੁੰਚੀ। ਉਹਨਾਂ ਨੇ ਜਨਮ ਦਿਨ ਵਗੈਰਾ ਮਨਾਇਆ। ਅਗਲੇ ਦਿਨਾਂ ਦੇ ਵਿੱਚ ਉੱਥੇ 13, 14, 15 ਪਰਸੋਂ ਤੋਂ 3 ਦਿਨਾਂ ਵਾਸਤੇ ਕਾਂਗਰਸ ਆਪਣਾ ਜਿਹੜਾ ਵਿਸ਼ੇਸ਼ ਕੈਂਪ ਲਾ ਰਹੀ ਹੈ, ਚਿੰਤਨ ਕੈਂਪ, ਜਿਹਦੇ ਵਿੱਚ ਬੈਠ ਕੇ ਕਾਂਗਰਸ ਆਗੂਆਂ ਨੇ ਸਾਰੀਆਂ ਵਿਚਾਰ ਵਟਾਂਦਰਾ ਕਰਨੀਆਂ ਨੇ। ਕੌਮੀ ਪੱਧਰ ਦੇ ਉੱਤੇ ਕਾਂਗਰਸ ਦੀ ਸਥਿਤੀ ਕੀ ਹੈ, 5 ਰਾਜਾਂ ਦੇ ਵਿੱਚ ਕਾਂਗਰਸ ਚੋਣ ਹਾਰੀ ਕਿਉਂ ਹੈ, ਇਹ ਸਾਰੇ ਕਹਿੰਦੇ ਮਸਲੇ ਉਸ ਦਿਨ 3 ਦਿਨਾਂ ਦੇ ਵਿੱਚ ਉੱਥੇ ਬੈਠ ਕੇ ਵਿਚਾਰਨੇ ਨੇ। ਪੂਰੇ ਭਾਰਤ ਦੇ ਵਿੱਚੋਂ 400 ਤੋਂ ਵੱਧ ਡੈਲੀਗੇਟ ਹੈ ਜਿਹੜੇ ਕਾਂਗਰਸ ਨਾਲ ਸੰਬੰਧਿਤ ਉੱਥੇ ਜਾ ਰਹੇ ਨੇ। ਕਈਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਵੀਆਂ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ, ਦੂਜੇ ਜਿਹੜੇ ਤੁਹਾਡੇ ਆ ਗਏ ਆਨੰਦਪੁਰ ਸਾਹਿਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ, ਇਹਨਾਂ ਨੂੰ ਹੁੱਡਾ ਸਾਹਿਬ, ਇਹਨਾਂ ਨੂੰ ਸਾਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ। ਉੱਥੇ ਜਾ ਕੇ ਚਿੰਤਨ ਮੰਚਨ ਕਰਨਾ ਤੇ ਚਿੰਤਨ ਮੰਚਨ ਦੇ ਵਿੱਚੋਂ ਕੀ ਨਿਕਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜੀ ਸ਼ਰਦ ਪਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਰੋਕਣ ਦੇ ਵਿੱਚ ਕੇਂਦਰ 100% ਨਾਕਾਮ ਰਹੀ ਹੈ। ਸ਼ਰਦ ਪਵਾਰ ਸਾਹਿਬ ਬਹੁਤ ਵੱਡੇ ਆਗੂ ਨੇ, ਬੜੇ ਉੱਚ ਅਹੁਦਿਆਂ ਤੇ ਰਹਿ ਚੁੱਕੇ ਨੇ, ਵੱਡੇ ਮੰਤਰੀ ਰਹਿ ਚੁੱਕੇ ਨੇ ਤੇ NCP ਨੈਸ਼ਨਲਵਾਦੀ ਕਾਂਗਰਸ ਪਾਰਟੀ ਦੇ ਉਹ ਪ੍ਰਮੁੱਖ ਨੇ। ਜੀ ਉਹ ਕਹਿੰਦੇ ਕਿ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਰੋਕਣ ਵਿੱਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਕਾਮ ਰਹੀ ਹੈ। ਉਹਨਾਂ ਨੇ ਜਿਹੜਾ ਅੱਜ ਬਿਆਨ ਦਿੱਤਾ ਹੈ, ਇਹ ਜਿਹੜੇ ਰਾਜ ਕਰਦੀਆਂ ਪਾਰਟੀ ਹੈ, ਇਹਨੂੰ ਥੋੜਾ ਬਹੁਤਾ ਠਰਮੇ ਨਾਲ ਲੈਣ ਦੀ ਜ਼ਰੂਰਤ ਹੈ। ਇਹਦੇ ਤੇ ਜੇ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਜਿਹੜੇ ਇਸ ਗੱਲ ਦੇ ਵਿੱਚ ਤੁਰੇ ਫਿਰਦੇ ਨੇ ਕਿ ਸਾਡਾ ਰਾਜ ਤਾਂ ਕਦੇ ਜਾਣਾ ਨਹੀਂ। ਆ ਪੰਜਾਬ ਵਾਲਿਆਂ ਨੂੰ ਪੁੱਛ ਲਓ ਜਿਹੜੇ 25 ਸਾਲ ਰਾਜ ਕਰਨ ਨੂੰ ਕਹਿੰਦੇ ਸੀ ਕਿ ਸੀਟਾਂ ਹੀ 3 ਤੇ ਸਿਮਟ ਕੇ ਰਹਿ ਗਏ ਨੇ। ਇਸ ਕਰਕੇ ਜਿਹੜੀ ਗੱਲ ਸ਼ਰਦ ਪਵਾਰ ਸਾਹਿਬ ਕਹਿੰਦੇ ਨੇ, ਮੈਂ ਬੇਨਤੀ ਕਰਦਾ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਉਹਨਾਂ ਨੂੰ ਗੰਭੀਰਤਾ ਨਾਲ ਲਓ, ਨਹੀਂ ਤਾਂ ਕਿਤੇ ਇਹ ਨਾ ਹੋਵੇ ਇਹ ਦਿੱਲੀ ਬੈਠਿਆਂ ਨੂੰ ਹੀ ਦਿੱਲੀ ਦੂਰ ਹੋ ਜਾਵੇ। ਜੀ ਢਿੱਲੋਂ ਜੀ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਇਹ ਮਾਮਲਾ ਜਿਉਂਦਾ ਤਿਉਂ ਖੜਿਆ। ਹਰ ਵਾਰ ਮੰਗ ਹਰ ਇੱਕ ਵੱਲੋਂ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਜਲਦ ਤੋਂ ਜਲਦ ਰਿਹਾਈ ਹੋਣੀ ਚਾਹੀਦੀ ਹੈ। ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਕਿ ਇਸ ਮਸਲੇ ਨੂੰ ਲਟਕਾਇਆ ਜਾ ਰਿਹਾ। ਹਾਲ ਹੀ ਦੇ ਵਿੱਚ ਅਕਾਲੀ ਦਲ ਸੰਯੁਕਤ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੰਗ ਪੱਤਰ ਸੌਂਪਿਆ। ਦੋ ਗੱਲਾਂ ਨੇ ਇਹਦੇ ਵਿੱਚ। ਇੱਕ ਤਾਂ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਅੰਮ੍ਰਿਤਸਰ ਦੇ ਵਿੱਚ ਕੁਝ ਪੰਥਕ ਧਿਰਾਂ ਸੱਦੀਆਂ ਗਈਆਂ ਨੇ। ਕੁਝ ਧਿਰਾਂ ਦਾ ਇਹ ਕਹਿਣਾ ਹੈ ਕਿ ਗਿਆਨੀ ਜੀ ਨੂੰ ਉਹਨਾਂ ਦਾ ਹੇਜ ਬਹੁਤ ਜਾਗਿਆ ਹੈ
ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਈ ਬੈਠੇ ਨੇ, ਉਹਨਾਂ ਦੀ ਸਿਆਸੀ ਜ਼ਮੀਨ ਤਲਾਸ਼ਣ ਵਾਸਤੇ ਜਥੇਦਾਰ ਸਾਹਿਬ ਅੱਡੀਆਂ ਚੱਕੀ ਫਿਰਦੇ ਨੇ। ਇਹ ਉਹਨਾਂ ਦੇ ਦੋਸ਼ ਨੇ ਜੀ। ਲੇਕਿਨ ਜਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਕੁਝ ਜਥੇਬੰਦੀਆਂ ਉੱਥੇ ਗਈਆਂ ਨੇ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਕੀਤੀ ਹੈ। ਦੂਜੇ ਪਾਸੇ ਕੁਝ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉੱਥੇ ਬੈਠੇ ਨੇ, ਉਹਨਾਂ ਦੀ ਜ਼ਮੀਨ ਖੁੱਸੀ ਹੋਈ ਹੈ ਸਿਆਸਤ ਤੌਰ ਤੇ। ਤੇ ਜਦੋਂ ਉਹ ਭਾਈਵਾਲ ਸੀ, ਕੇਂਦਰ ਸਰਕਾਰ ਦੇ ਵਿੱਚ 2019 ਚ ਕਿਹਾ ਸੀ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ ਅਸੀਂ ਕੁਝ ਬੰਦਿਆਂ ਨੂੰ, ਤੁਹਾਡਿਆਂ ਨੂੰ, ਬੰਦੀ ਸਿੰਘਾਂ ਨੂੰ ਛੱਡ ਦੇਣਾ ਹੈ। ਤੇ ਸਤੰਬਰ 20 ਤੱਕ ਫਿਰ ਨਾਲ ਬੈਠ ਕੇ ਕਰਦੇ ਕੀ ਸੀ? ਸਿਰਫ ਕਾਨਾ ਫੂਸੀਆਂ ਕਰਦੇ ਸੀ। ਉਦੋਂ ਤੁਸੀਂ ਭੂਮਿਕਾ ਕਿਉਂ ਨਾ ਨਿਭਾਈ? ਉਦੋਂ ਤੁਹਾਨੂੰ ਕੁਰਸੀ ਚੰਗੀ ਲੱਗੀ, ਕਿਉਂਕਿ ਕੇਂਦਰ ਦੇ ਵਿੱਚ ਬੈਠੀ ਹੋਈ ਕੁਰਸੀ ਕੋਈ ਮਾੜੀ ਨਹੀਂ ਸੀ। ਪਰ ਕਿਸਾਨਾਂ ਨੇ, ਤੁਸੀਂ ਉਦੋਂ ਪਹਿਲਾਂ ਵੱਡੀਆਂ ਜਵਾਨਾਂ ਦੇ ਨਾਲ ਇਹਨਾਂ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ, ਪਰ ਜਦੋਂ ਕਿਸਾਨੀ ਸਿਰ ਤੋਂ ਲੰਘ ਗਏ, ਕਿਸਾਨ ਜਥੇਬੰਦੀਆਂ ਨੇ ਘੇਰ ਲਏ, ਫਿਰ ਤੁਹਾਨੂੰ ਛੱਡਣਾ ਵੀ ਪਿਆ। ਤੇ ਉਦੋਂ ਜੇ ਕਿਤੇ ਤੁਸੀਂ ਮੰਤਰੀ ਮੰਡਲ ਦੇ ਵਿੱਚ ਬੈਠਿਆਂ ਇਹ ਗੱਲਾਂ ਕਰਦੇ ਤਾਂ ਹੋ ਸਕਦਾ ਅੱਜ ਤੱਕ ਇਹਦਾ ਕੋਈ ਨਾ ਕੋਈ ਹੱਲ ਨਿਕਲ ਆਉਂਦਾ, ਪਰ ਤੁਸੀਂ ਤਾਂ ਸੰਜੀਦਾ CEO ਹੀ ਨਹੀਂ। ਤੁਹਾਨੂੰ ਤਾਂ ਹੁਣ ਯਾਦ ਆਇਆ ਕਿ ਕਿਸੇ ਤਰੀਕੇ ਦੇ ਨਾਲ ਸ਼ਾਇਦ ਬੰਦੀ ਸਿੰਘਾਂ ਵਾਲਾ ਮਾਮਲਾ ਉਠਾ ਕੇ ਅਸੀਂ ਆਪਦੀ ਗੁਆਚੀ ਹੋਈ ਸਿਆਸੀ ਜ਼ਮੀਨ ਨੂੰ ਫਿਰ ਪ੍ਰਾਪਤ ਕਰ ਲਈਏ। ਤੇ ਜਿਹੜੇ ਦੂਜੇ ਸੀ ਅਕਾਲੀ ਦਲ ਸੰਯੁਕਤ ਵਾਲੇ, ਉਹਨਾਂ ਨੇ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਾ ਕੇ ਪਰਮਿੰਦਰ ਸਿੰਘ ਢੀਂਡਸਾ ਸੀਨੀਅਰ ਆਗੂ ਨੂੰ ਇੱਕ ਮੈਮੋਰੰਡਮ ਦਿੱਤਾ। ਮੇਰਾ ਖਿਆਲ ਇਸ ਮਾਮਲਿਆਂ ਦੇ ਵਿੱਚ ਸਿਆਸਤਾਂ ਪਾਸੇ ਕਰਕੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਕੇਂਦਰ ਸਰਕਾਰ ਦੇ, ਕੇਂਦਰ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਆਪ ਅਨਾਉਂਸਮੈਂਟਾਂ ਕੀਤੀਆਂ ਸੀ, ਇਹਨਾਂ ਨੇ ਆਪਣੇ ਤੌਰ ਤੇ ਉਲਝਾਤਾ। ਇਹਨਾਂ ਨੂੰ ਪਿੱਛੇ ਜੇ ਲੱਗਿਆ ਕਿ ਸ਼ਾਇਦ ਜਦੋਂ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਹੈ, ਪ੍ਰਧਾਨ ਮੰਤਰੀ ਸਾਹਿਬ ਉੱਥੇ ਐਲਾਨ ਨਾ ਕਰ ਦੇਣ, ਤੇ ਜੇ ਐਲਾਨ ਕਰਦਾ ਸੀ ਪਿੱਛੇ ਨਾ ਰਹਿ ਜਾਈਏ, ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਤੁਰ ਪਏ। ਉਦੋਂ ਯਾਦ ਨਹੀਂ ਆਈ ਜਦੋਂ ਨਾਲ ਬੈਠੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਦੇ। ਤੇ ਹੁਣ ਇਸ ਆੜ ਦੇ ਵਿੱਚ ਇਹ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਮੁੜ ਤਲਾਸ਼ਣ ਨੂੰ ਤੁਰੇ ਫਿਰਦੇ ਆ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।